खग खंड बहंडं खलदल खंडं अतरण मंडं बरबंडं उज दंड खंडं तेज प्रचंडं जोत अमंडं पान परभंगं सुख संता करणं दुर्मदरणं किल विखरणं असरणं जय जय जगकारण शिष्ट उबारण मम प्रतिपारण जय ते गं। धन जियो तिह को जग मह मुख ते हर चित मह जुद विचारै दे अनित ना नित रहै जस नाव चढ़े भव सागर तारे। जुगो जुग अटल चवर छतर तख दे मालक कलजो के जहाज बाणी के बोहित हलत पलत के रखिक शब्द गुरु जगत गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਦੁਸ਼ਹਿਰੇ ਦੇ ਉਪਕਸ਼ ਦੇ ਵਿੱਚ ਗੁਰੂ ਚਰਨਾਂ 'ਚ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਦੁਸ਼ਹਿਰੇ ਦਾ ਕੀ ਮਤਲਬ ਹੈ, ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ, ਉਹ ਦੁਸ਼ਹਿਰਾ ਕਦੋਂ ਤੋਂ ਸ਼ੁਰੂ ਹੋਇਆ, ਇਹ ਸਾਰਾ ਇਤਿਹਾਸ ਆਪਾਂ ਵਿਸਥਾਰ ਦੇ ਨਾਲ ਵਿਚਾਰ ਕਰਾਂਗੇ। ਕਈ ਵੀਰ ਆਖ ਦਿੰਦੇ ਹਨ ਇਹ ਗੁਰਮਤਿ ਦੇ ਅਨੁਸਾਰ ਅਨੁਕੂਲ ਨਹੀਂ ਹੈ, ਕੋਈ ਵੀਰ ਕਹਿ ਦਿੰਦੇ ਇਹ ਸਾਡਾ ਤਿਉਹਾਰ ਨਹੀਂ ਹੈ, ਪਰ ਅਸਲ ਦੇ ਵਿੱਚ ਮੈਂ ਤੇ ਇਹ ਗੱਲ ਆਖਦਾ ਹੁੰਨਾ, ਜਦੋਂ ਮੈਨੂੰ ਸੀਓ ਸਾਹਿਬ ਨੇ ਪੁੱਛਿਆ ਸੀ ਕਿ ਬਾਬਾ ਜੀ ਕਿਵੇਂ ਦੁਸ਼ਹਿਰੇ ਬਾਰੇ, ਤੇ ਮੈਂ ਤੇ ਇਹ ਗੱਲ ਕਹੀ ਸੀ ਤੁਸੀਂ ਈਦ ਮਨਾਉਣ ਨੂੰ ਕਹੋਗੇ ਆਪਾਂ ਈਦ ਵੀ ਮਨਾ ਦੇਵਾਂਗੇ। ਹੁਣ ਮਨਾਉਣ ਦਾ ਭਾਵ ਅਰਥ ਪਤਾ ਕੀ ਹੈ, ਭਾਵੇਂ ਈਦ ਮਨਾਓ, ਭਾਵੇਂ ਦੁਸ਼ਹਿਰਾ ਮਨਾਓ, ਭਾਵੇਂ ਗੁਰਪੁਰਬ ਮਨਾਓ, ਅਸੀਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਬਾਤਾਂ ਹੀ ਪਾਉਣੀਆਂ, ਅਸੀਂ ਤੇ ਗੁਰੂ ਉਪਦੇਸ਼ ਹੀ ਆਪ ਸੰਗਤ ਨਾਲ ਸਾਂਝਾ ਕਰਨਾ ਹੈ। ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਹਨ, ਸਾਈ ਘੜੀ ਸੁਲੱਖਣੀ ਜਿਤ ਸਿਮਰਤ ਹਰ ਨਾਮ। ਉਹੀ ਘੜੀ ਸੁਲੱਖਣੀ ਹੈ ਜਿਸ ਘੜੀ ਪਰਮਾਤਮਾ ਦਾ ਨਾਮ ਸਿਮਰਿਆ ਜਾਵੇ। ਹੁਣ ਨਾਮ ਸਿਮਰਨ ਵਾਸਤੇ ਬਹਾਨਾ ਚਾਹੀਦਾ, ਭਾਵੇਂ ਗੁਰਪੁਰਬ ਦਾ ਹੋਵੇ, ਭਾਵੇਂ ਦੁਸ਼ਹਿਰੇ ਦਾ ਹੋਵੇ, ਭਾਵੇਂ ਰਾਮ ਨੌਮੀ ਦਾ ਹੋਵੇ। ਜੁੜਨਾ ਤੇ ਅਸੀਂ ਗੁਰੂ ਤੇ ਗੁਰਬਾਣੀ ਦੇ ਨਾਲ ਹੀ ਆ। ਫਿਰ ਜੇ ਅਸੀਂ ਸ਼ਸਤਰ ਦੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸਭ ਤੋਂ ਵੱਡੀ ਮਹਾਨਤਾ ਸ਼ਸਤਰ ਦੀ ਹੈ। ਗੁਰੂ ਕਲਗੀਧਰ ਪਾਤਸ਼ਾਹ ਆਖਦੇ ਹਨ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਹਿਬ ਸਰੋਹੀ ਸੈਥੀ ਯਹ ਹਮਾਰੇ ਪੀਰ। ਜੇ ਕਿਸੇ ਨੇ ਪੀਰਾਂ ਦੀ ਪੂਜਾ ਕਰਨੀ ਹੈ ਤੇ ਸ਼ਸਤਰ ਦੀ ਪੂਜਾ ਕਰ ਲਓ, ਤੇ ਤੁਸੀਂ ਤੇ ਵੈਸੇ ਹੀ ਗੁਰਸਿੱਖ ਹੋ, ਤੁਸੀਂ ਵੈਸੇ ਫੌਜੀ ਹੋ, ਤੇ ਫੌਜੀ ਦਾ ਸਭ ਤੋਂ ਵੱਧ ਪਿਆਰ ਆਪਣੇ ਸ਼ਸਤਰ ਦੇ ਨਾਲ ਹੁੰਦਾ ਹੈ। ਹੁਣ ਸ਼ਸਤਰ ਦੀ ਪੂਜਾ ਕਿਵੇਂ ਕਰਨੀ, ਮੈਂ ਆਪ ਜੀ ਦੇ ਨਾਲ ਇਹਦਾ ਵੀ ਵਿਸਤਾਰ ਕਰਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਖਦੇ ਹਨ, ਉਹਨਾਂ ਜੀਵਾਂ ਦਾ ਜਿਉਣਾ ਸੰਸਾਰ ਤੇ ਧਨ ਹੈ ਕਿ ਇਹਨਾਂ ਦਾ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੇ। ਜਿਹੜੇ ਮੁਖ ਤੇ ਹਰੀ ਦਾ ਸਿਮਰਨ ਕਰਦੇ ਹਨ ਤੇ ਚਿੱਤ ਦੇ ਅੰਦਰ ਜੁਦ ਦੀ ਭਾਵਨਾ ਰੱਖਦੇ ਹਨ। ਹੁਣ ਦੋਨਾਂ ਚੀਜ਼ਾਂ ਦੀ ਕੀ ਜ਼ਰੂਰਤ ਹੈ, ਇਹ ਵੀ ਆਪ ਦੇ ਨਾਲ ਮੈਂ ਵਿਚਾਰ ਕਰਾਂਗਾ। ਆਓ ਗੁਰੂ ਜਸ ਗਾਉਣ ਵਾਸਤੇ ਮਨ ਬਿਰਤੀਆਂ ਜੋੜੀਏ, ਮਨ ਦੀ ਇਕਾਗਰਤਾ ਵਾਸਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਦੇ ਅੰਮ੍ਰਿਤ ਬਚਨ ਹਨ। ਆਓ ਸਾਰੇ ਮਿਲ ਕੇ ਸਰਵਣ ਕਰੀਏ। ਸਾਹਿਬ ਕਿਰਪਾ ਕਰ ਰਹੇ ਹਨ। ਧਨ ਜੀਓ ਤਿਹ ਕੋ ਜਗ ਮੈਂ, ਧਨ ਜੀਓ ਤਿਹ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਧਨ ਜੀਓ ਤਿਹ ਕੋ ਜਗ ਮੈਂ, ਧਨ ਜੀਓ ਤਿਹ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਧਨ ਜੀਓ ਤਿਹ ਕੋ ਜਗ ਮੈਂ, ਧਨ ਜੀਓ ਤਿਹ ਕੋ ਜਗ ਮੈਂ। ਤੇਹ ਅਨੇਤ ਨਾਨੇਤ ਰਹੈ, ਦੇਹ ਅਨੇਤ ਨਾਨੇਤ ਰਹੈ। ਜਸ ਨਵ ਚੜ੍ਹੈ ਭਵ ਸਾਗਰ ਤਾਰੈ, ਜਸ ਨਵ ਚੜ੍ਹੈ ਭਵ ਸਾਗਰ ਤਾਰੈ। ਧਨ ਜੀਓ ਤਿਹ ਕੋ ਜਗ ਮੈਂ, ਧਨ ਜੀਓ ਤਿਹ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਧਨ ਜੀਓ ਤਿਹ ਕੋ ਜਗ ਮੈਂ, ਧਨ ਜੀਓ ਤਿਹ ਕੋ ਜਗ ਮੈਂ। ਧੀਰਜ ਤਾਮ ਬਨਾਏ ਤਨ, ਧੀਰਜ ਤਾਮ ਬਨਾਏ ਤਨ। ਬੁੱਧ ਸੋ ਦੀਪਕ ਜਿਉ ਉਜਿਆਰੈ, ਬੁੱਧ ਸੋ ਦੀਪਕ ਜਿਉ ਉਜਿਆਰੈ। ਧਨ ਜੀਓ ਤਿਹ ਕੋ ਜਗ ਮੈਂ, ਧਨ ਜੀਓ ਤਿਹ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਧਨ ਜੀਓ ਤਿਹ ਕੋ ਜਗ ਮੈਂ, ਧਨ ਜੀਓ ਤਿਹ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ,
तन जियो तेह कहो जग में, तन जियो तेह कहो जग में। मुख ते हर चित मह जुद विचार, मुख ते हर चित मह जुद विचार। तन जियो तेह कहो जग में, तन जियो तेह कहो जग में। ज्ञान की बढ़नी मनो हाथ ले, ज्ञान की बढ़नी मनो हाथ ले। कातर ताकत वार बुहार, कातर ताकत वार बुहार। तन जियो तेह कहो जग में, तन जियो तेह कहो जग में। मुख ते हर चित में जुद विचार, मुख ते हर चित में जुद विचार। तन जियो तेह कहो जग में, तन जियो तेह कहो जग में। तन जियो तेह कहो जग में, तन जियो तेह कहो जग में। तन जियो तेह कहो जग में। बादशाह दरवेश गुरु गोबिंद सिंह ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਧਨ ਜੀਓ ਤਿਹ ਕੋ ਜਗ ਮੈਂ, ਉਹਨਾਂ ਦਾ ਜਿਉਣਾ ਸੰਸਾਰ ਦੇ ਵਿੱਚ ਧਨ ਹੈ। ਕਿਹਨਾਂ ਦਾ ਜਿਉਣਾ? ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੇ, ਜੋ ਹਮੇਸ਼ਾ ਮੁਖ ਦੇ ਉੱਤੇ ਹਰੀ ਦਾ ਸਿਮਰਨ ਰੱਖਦੇ ਹਨ ਤੇ ਚਿੱਤ ਦੇ ਅੰਦਰ ਜੁਦ ਦੀ ਭਾਵਨਾ ਰੱਖਿਆ ਕਰਦੇ ਹਨ। ਇਹਦਾ ਭਾਵ ਅਰਥ ਇਹ ਹੈ, ਜੇ ਕੱਲਾ ਅਸੀਂ ਮਾਲਾ ਹੀ ਫੇਰੀ ਜਾਵਾਂਗੇ, ਕੱਲਾ ਅਸੀਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਹੀ ਕਰੀ ਜਾਵਾਂਗੇ, ਅਸੀਂ ਜੁਦ ਅਭਿਆਸ ਨਹੀਂ ਕਰਾਂਗੇ ਤੇ ਸਾਡੇ ਅੰਦਰ ਜਿਹੜੀ ਹੈ ਉਹ ਸੂਰਬੀਰਤਾ ਨਹੀਂ ਰਹੇਗੀ। ਅਸੀਂ ਡਰਪੋਕ ਬਣ ਜਾਵਾਂਗੇ, ਕਿਉਂਕਿ ਜਿੰਨਾ ਚਿਰ ਅਸੀਂ ਜੁਦ ਅਭਿਆਸ ਨਹੀਂ ਕਰਾਂਗੇ, ਜਿੰਨਾ ਚਿਰ ਸਾਨੂੰ ਸ਼ਸਤਰ ਚਲਾਉਣ ਦੀ ਸਿਖਲਾਈ ਨਹੀਂ ਹੋਵੇਗੀ। ਆਮ ਤੌਰ 'ਤੇ ਤੁਸੀਂ ਵੇਖਿਓ ਕਈਆਂ ਘਰਾਂ ਦੇ ਬੱਚੇ ਸ਼ਸਤਰ ਵੇਖ ਕੇ ਡਰ ਜਾਂਦੇ ਹਨ, ਰਾਈਫਲ ਵੇਖ ਕੇ ਡਰ ਜਾਣਾ, ਬੰਦੂਕ ਪਿਸਤੌਲ ਵੇਖ ਕੇ ਡਰ ਜਾਣਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਅਸੀਂ ਗੁਰੂ ਦੇ ਦਰਸ਼ਨਾਂ ਵਾਸਤੇ ਆਉਂਦੇ ਹਾਂ, ਸਭ ਤੋਂ ਪਹਿਲਾਂ ਅਸੀਂ ਸ਼ਸਤਰਾਂ ਦੇ ਹੀ ਦਰਸ਼ਨ ਕਰਦੇ ਹਾਂ। ਇਸ ਕਰਕੇ ਜਦੋਂ ਬੱਚਾ ਜਨਮ ਲੈਂਦਾ ਨਾ, ਜਦੋਂ ਛੋਟਾ ਬੱਚਾ ਹੁੰਦਾ, ਕਈ ਵਾਰ ਕਹਿੰਦੇ ਨਾ ਫਲਾਣੇ ਕੋਲੋਂ ਗੁੜਤੀ ਦਵਾਉਣੀ ਹੈ, ਇਹ ਵੀ ਇੱਕ ਰੀਤੀ ਰਿਵਾਜ ਹੁੰਦਾ। ਤੇ ਮੈਂ ਹੈਰਾਨ ਹੋ ਜਾਂਦਾ ਕਈ ਵਾਰੀ, ਜਿਹੜਾ ਬਾਪ ਸ਼ਰਾਬੀ ਹੋਵੇ ਨਾ, ਉਹ ਕਹੇਗਾ ਮੈਂ ਬੱਚੇ ਨੂੰ ਸ਼ਰਾਬ ਦੀ ਗੁੜਤੀ ਦੇਣੀ ਆ। ਔਰ ਅਸੀਂ ਕਾਹਦੀ ਗੁੜਤੀ ਦਿੰਦੇ ਆਪਣੇ ਬੱਚਿਆਂ ਨੂੰ? ਜਦੋਂ ਬੱਚੇ ਦਾ ਜਨਮ ਹੁੰਦਾ, ਅਸੀਂ ਬਾਟੇ 'ਚ ਪਤਾਸੇ ਪਾ ਕੇ 5 ਬਾਣੀਆਂ ਦਾ ਜਾਪ ਕਰਦੇ ਹਾਂ, ਵਿੱਚ ਸ੍ਰੀ ਸਾਹਿਬ ਫੇਰਦੇ ਹਾਂ, ਵਿੱਚ ਨਜ਼ਰਾਂ ਟਿਕਾ ਕੇ ਰੱਖਦੇ ਹਾਂ। ਫਿਰ ਸ੍ਰੀ ਸਾਹਿਬ ਦੀ ਨੋਕ ਦੇ ਨਾਲ 5 ਬੂੰਦਾਂ ਅਸੀਂ ਬੱਚੇ ਦੇ ਮੁਖ 'ਚ ਪਾ ਕੇ ਨਾਲ 5 ਵਾਰੀ ਆਖਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਾਨੂੰ ਸ਼ਸਤਰ ਦੇ ਨਾਲ ਇੰਨਾ ਕੁ ਕਲਗੀਧਰ ਪਾਤਸ਼ਾਹ ਨੇ ਜੋੜ ਦਿੱਤਾ। ਅੱਜ ਜਿਹੜਾ ਦੁਸ਼ਹਿਰੇ ਦਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਨਾ, ਕਿ ਸਾਡੇ ਬੱਚਿਆਂ ਨੂੰ ਫਖਰ ਹੋਵੇ ਕਿ ਮੇਰਾ ਪਿਤਾ ਜੀ ਆਰਮੀ ਵਿੱਚ ਡਿਊਟੀ ਕਰਦਾ ਹੈ। ਇਹ ਨਾ ਹੋਵੇ ਪੂਰੀ ਸਰਵਿਸ ਕਰਕੇ ਰਿਟਾਇਰਮੈਂਟ ਚਲੇ ਜਾਈਏ ਤੇ ਬੱਚਾ ਬੰਦੂਕ ਨੂੰ ਦੇਖ ਕੇ ਡਰਦਾ ਰਹੇ, ਤੇ ਬੱਚਾ ਪਿਸਟਲ ਨੂੰ ਵੇਖ ਕੇ ਡਰਦਾ ਰਹੇ, ਬੱਚਾ AK-47 ਅਸਾਲਟ ਰਾਈਫਲ ਨੂੰ ਦੇਖ ਕੇ ਡਰਦਾ ਰਹੇ। ਬੱਚਿਆਂ ਨੂੰ ਮੋਟੀਵੇਟ ਹੋਵੇ ਕਿ ਮੇਰੇ ਪਿਤਾ ਜੀ ਆਹ ਹਥਿਆਰ ਚਲਾਉਂਦੇ, ਮੈਂ ਵੀ ਆਰਮੀ 'ਚ ਆਉਣਾ, ਮੈਂ ਵੀ ਇਹਨਾਂ ਪੋਸਟਾਂ 'ਤੇ ਆਉਣਾ ਤੇ ਮੈਂ ਵੀ ਇਹਨਾਂ ਹਥਿਆਰਾਂ ਦੇ ਨਾਲ ਖੇਲਣਾ ਹੈ। ਸ਼ਸਤਰ ਨਾਲ ਖੇਲਣ ਦਾ ਚਾਅ ਹੋਵੇ, ਕਿਉਂਕਿ ਸਾਡੀ ਹਰ ਚੀਜ਼ ਸ਼ਸਤਰ ਤੋਂ ਸ਼ੁਰੂਆਤ ਹੁੰਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਵੀ ਸ਼ਸਤਰ ਦੇ ਨਾਲ ਗੁੜਤੀ, ਤੇ ਜਦੋਂ ਆਨੰਦ ਕਾਰਜ ਹੁੰਦੇ ਆ ਉਦੋਂ ਵੀ ਦੇਗ ਨੂੰ ਭੋਗ ਸ਼ਸਤਰ ਦੇ ਨਾਲ ਲਾਇਆ ਜਾਂਦਾ ਹੈ। ਤੇ ਗੁਰਮੁਖ ਪਿਆਰਿਓ, ਜਦੋਂ ਸੰਸਾਰ ਤੋਂ ਕੂਚ ਕਰਦੇ ਆ ਉਦੋਂ ਵੀ ਜਿਹੜਾ ਭੋਜਨ ਤੇ ਜਾਂ ਪ੍ਰਸ਼ਾਦ ਹੈ ਉਹਨੂੰ ਸ਼ਸਤਰ ਦੇ ਨਾਲ ਹੀ ਕਿਰਪਾਨ ਭੇਟ ਕੀਤਾ ਜਾਂਦਾ ਹੈ। ਅੱਜ ਇਹ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਗੁਰਦੁਆਰਾ ਪ੍ਰੋਗਰਾਮ ਤੋਂ ਬਾਅਦ ਸ਼ਸਤਰ ਦਿਖਾਏ ਜਾਣ ਕਿ ਸ਼ਸਤਰਾਂ ਦੀ ਕੀ ਮਹਾਨਤਾ। ਮੈਂ ਆਪਣੇ ਵਿਸ਼ੇ ਵੱਲ ਆਵਾਂ। ਦੁਸ਼ਹਿਰਾ ਕੀ ਹੈ, ਇਹ ਵਿਚਾਰ ਕਰਨੀ ਅੱਜ ਆਪ ਦੇ ਨਾਲ। ਗੁਰਮੁਖ ਪਿਆਰਿਓ, ਤ੍ਰੇਤੇ ਯੁੱਗ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਨੇ 9 ਦਿਨ ਉਸ ਸਰਵ ਸ਼ਕਤੀਮਾਨ ਪਰਮਾਤਮਾ ਦੀ ਆਰਾਧਨਾ ਕੀਤੀ ਹੈ, ਤੇ ਅੱਜ ਦੇ ਦਿਨ ਉਹਨਾਂ ਨੇ ਰਾਵਣ ਦਾ ਵਧ ਕੀਤਾ ਹੀ। ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਸੀ ਰਾਵਣ ਦੀ ਕੈਦ ਦੇ ਵਿੱਚੋਂ। ਪਰ ਅਸਲ ਦੇ ਵਿੱਚ ਇਹ ਕਹਿਣਾ ਵੀ ਅਤ ਕਥਨੀ ਨਹੀਂ ਹੋਵੇਗੀ ਕਿ ਜਿਹੜਾ ਰਾਵਣ ਸੀ, ਅਸੀਂ ਕੁਝ ਵੀ ਕਹੀਏ ਪਰ ਉਹ 4 ਵੇਦਾਂ ਦਾ ਗਿਆਤਾ ਸੀ ਰਾਵਣ। ਉਹ ਰਾਵਣ ਨੇ ਸੀਤਾ ਮਾਤਾ ਨੂੰ, ਭਾਵੇਂ ਉਹਨਾਂ ਦੀ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਨਾਲ ਆਪਸੀ ਰੰਜਿਸ਼ ਸੀ, ਦੁਸ਼ਮਣੀ ਸੀ ਰਾਵਣ ਦੀ, ਪਰ ਉਹਨਾਂ ਨੇ ਸੀਤਾ ਮਾਤਾ ਨੂੰ ਪੂਰੇ ਸਨਮਾਨ ਦੇ ਨਾਲ, ਜਿਹੜੀਆਂ ਉਹ ਦਰਬਾਰ ਦੀਆਂ ਔਰਤਾਂ ਸੀ ਉਹਨਾਂ ਦੇ ਵਿੱਚ ਸਤਿਕਾਰ ਦੇ ਨਾਲ ਰੱਖਿਆ ਸੀ। ਪਰ ਜਦੋਂ ਰਾਵਣ ਦਾ ਵਧ ਕੀਤਾ ਅੱਜ ਦੇ ਦਿਨ, ਤੇ ਇਸ ਕਰਕੇ ਅੱਜ ਦੇ ਦਿਨ ਦੁਸ਼ਹਿਰਾ ਮਨਾਇਆ ਜਾਂਦਾ, ਤੇ ਉੱਥੇ ਰਾਵਣ ਦਾ, ਕੁੰਭਕਰਨ ਦਾ ਤੇ ਮੇਘਨਾਥ ਦਾ ਪੁਤਲੇ ਫੂਕੇ ਜਾਂਦੇ ਹਨ। ਪਰ ਅੱਜ ਦੇ ਸਮਾਜ ਦੇ ਵਿੱਚ ਕਿੰਨੇ ਰਾਵਣ ਆ, ਕੋਈ ਕਾਊਂਟਿੰਗ ਹੈ, ਕੋਈ ਗਿਣਤੀ ਹੈ? ਉਦੋਂ ਤੇ ਇੱਕ ਸੀਤਾ ਮਾਤਾ ਨੂੰ ਚੁੱਕ ਕੇ ਲੈ ਗਿਆ ਸੀ ਰਾਵਣ। ਅੱਜ ਤੇ ਪਤਾ ਨਹੀਂ ਸੀਤਾ ਮਾਤਾ ਦੀਆਂ ਵਾਰਸ ਅੱਜ ਕਿੰਨੀਆਂ ਬੱਚੀਆਂ ਦੇ ਨਾਲ ਦੁਸ਼ਕਰਮ ਹੋ ਰਿਹਾ ਹੈ, ਕਿੰਨੀਆਂ ਬੱਚੀਆਂ ਦਹੇਜ ਦੀ ਬਲੀ ਚੜ੍ਹ ਰਹੀਆਂ ਹਨ। ਮੈਂ ਕਹਿੰਦਾ ਦੁਸ਼ਹਿਰਾ ਮਨਾਉਣ ਦਾ ਭਾਵ ਅਰਥ ਤਾਂ ਹੈ ਜੇ ਅੱਜ ਅਸੀਂ ਰਾਮਚੰਦਰ ਜੀ ਦੇ ਪਾਏ ਪੂਰਨਿਆਂ 'ਤੇ ਚੱਲ ਸਕੀਏ, ਅਸੀਂ ਆਪਣੇ ਜੀਵਨ 'ਚ ਉਹਨਾਂ ਦੇ ਗੁਣ ਢਾਲਣਾ ਕਰ ਸਕੀਏ। ਗੁਰਮੁਖ ਪਿਆਰਿਓ, ਜਦੋਂ ਉਹਨਾਂ ਨੂੰ ਬਨਵਾਸ ਹੋਇਆ ਨਾ 14 ਸਾਲ ਦਾ, ਤੇ ਜਦੋਂ ਬਨਵਾਸ 'ਤੇ ਜਾਣ ਲੱਗੇ, ਮਤਰੇਈ ਮਾਂ ਦੇ ਕਹਿਣ 'ਤੇ ਬਨਵਾਸ ਮਿਲਿਆ ਸੀ। ਪਰ ਅੱਜ ਅਸੀਂ ਕਹਿੰਦੇ ਸਾਇੰਸ ਬੜੀ ਤਰੱਕੀ ਕਰ ਗਈ। ਸਾਇੰਸ ਕਿੰਨੀ ਕੁ ਤਰੱਕੀ ਕਰ ਗਈ, ਅੱਜ ਸਾਡੇ ਆਪਣੇ ਜਿਹੜੇ ਮਾਤਾ ਪਿਤਾ ਉਹਨਾਂ ਨੂੰ ਅਸੀਂ ਬਿਰਧ ਆਸ਼ਰਮਾਂ ਦੇ ਵਿੱਚ ਭੇਜ ਰੱਖਿਆ ਹੈ। ਉਸ ਸਮੇਂ ਬਿਰਧ ਆਸ਼ਰਮ ਨਹੀਂ ਸੀ ਹੁੰਦੇ। ਗੁਰੂ ਸਾਹਿਬ ਦੇ ਵੇਲੇ ਜਾਂ ਤ੍ਰੇਤੇ ਯੁੱਗ ਦੇ ਵਿੱਚ, ਦੁਆਪਰ ਯੁੱਗ ਦੇ ਵਿੱਚ, ਅੱਜ ਅਸੀਂ ਕਹਿੰਦੇ ਅਸੀਂ ਬੜੀ ਤਰੱਕੀ ਕਰ ਗਏ, ਪੜ੍ਹ ਲਿਖ ਗਏ। ਅੱਜ ਮਾਤਾ ਪਿਤਾ ਵਾਸਤੇ ਬਿਰਧ ਆਸ਼ਰਮ ਬਣ ਗਏ। ਇੱਕ ਮਾਤਾ ਪਿਤਾ 3-4 ਬੱਚਿਆਂ ਨੂੰ ਪਾਲ ਸਕਦਾ ਹੈ, ਪਰ 4-5 ਬੱਚੇ ਹੋ ਕੇ ਵੀ ਇੱਕ ਮਾਤਾ ਪਿਤਾ ਨੂੰ ਅੱਜ ਪਾਲ ਨਹੀਂ ਸਕਦੇ। ਤੇ ਮਨਾਉਂਦੇ ਅਸੀਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਮਨਾਉਂਦੇ ਆ ਗੁਰੂ ਕਲਗੀਧਰ ਪਾਤਸ਼ਾਹ ਦਾ ਗੁਰਪੁਰਬ, ਮਨਾਉਂਦੇ ਆ ਵਿਸਾਖੀ, ਮਨਾ ਰਹੇ ਅੱਜ ਅਸੀਂ ਦੁਸ਼ਹਿਰਾ, ਮਨਾਉਂਦੇ ਆ ਰਾਮਨੌਮੀਆਂ। ਅਗਰ ਇਹ ਪੁਰਬ ਮਨਾਉਣੇ ਨਾ ਤੇ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਕੁਝ ਸਿੱਖਿਆ ਲਈਏ। ਪਹਿਲੀ ਸਿੱਖਿਆ ਮਿਲਦੀ ਸ੍ਰੀ ਰਾਮਚੰਦਰ ਜੀ ਦੇ ਜੀਵਨ ਤੋਂ
कि उन्होंने माता पिता का इन्ना सम्मान किया। भावें पिता जी नहीं सी भेजना चाहते बनवास, पर मतरेई माँ के कहण ते भी उन्होंने फुल चढ़ाए, 7 बचन कह के वो 14 साल के बनवास ते जाण वास्ते सहमत हो गए, एग्री हो गए। दूसरी सिक्ख्या मिलती श्री रामचंद्र जी महाराज के जीवन तो, जदों बनवास लई जाण लगे ना तो सीता माता जी भी नाल तैयार होए। ते राजे दशरथ ने हाथ जोड़ के कहा, बेटी मैं तेनू अपनी धी बना के लैके आया सी। वेखो रिश्तियां च किन्ना प्यार सी। कहंदे रामचंद्र नूं बनवास दिता, तुहानूं बनवास नहीं दिता मैं। उन्हें कहा, पिता जी जदों मेरी शादी हुई सी ना, मेरी माँ ने मैनू दहेज विच 2 शब्द दिते सी। जिवें गुरु अमरदास पातशाह ने अपनी बेटी बीबी भानी नूं शब्द दिते सी दहेज विच। कहंदे सहुरे घर जा रही हाँ, जे कोई गलती होगी तो कह देना भब्बा भुल्ली जी, जे कोई चंगा काम हो गया कह देना भब्बा भला जी, भाव के 7 बचन जी। फिर भी कुछ होया तो कह देना भब्बा भुलेखा जी। 3 भब्बे दहेज विच दिते सी। ते गुरु ग्रंथ साहिब महाराज की कहते हैं, सुखी वसन वास्ते। गुरु गोबिंद सिंह महाराज कहते सुखी वसे मोरो परिवारा। असी सारे कहने साडा परिवार सुखी वसे, पर किवें वसेगा? कवण सो अखर कवण गुण, कवण सो मणिया मंत, कवण सो वेसो हो करी, जित वसे आवी कंत। हुण कंत अर्थ है पति। हर बीबी हर औरत चाहुंदी है कि उहदा पति उहदे वस विच चले, जिवें वो कवे उसे तरह चले। पर इहदे बनस्पत एक हर भाई चाहुंदा कि उहदी पत्नी उहदे वस च रवे, जिवें वो कवे उवें चले। पर जे कोई बाबा जे कोई साध ये गल कह देवे कि मैं सिर्फ 3 बचन दिना तुहानू, 3 बचन अपना लियो, तुहाडी घर वाली तुहाडे वस विच चलेगी। जां बीबियां नू कोई कह दे तुहानू 3 बचन दिने, तुहाडा घर वाला तुहाडे वस विच चलेगा। ते मैं कहना साडियां भैणां ते अपने जेवरत गहने ला के भी दे आउणगियां कि वह वस च होना चाहिए। तुसीं 3 बचन की दसो, मैं 6 मन लवांगी। पर जेड़े बचन गुरु ग्रंथ साहिब महाराज ने दसे उन्होंने मनना बड़ा औखा जी। वो किहड़े बचन हन? कवण सो अखर कवण गुण, कवण सो मणिया मंत, कवण सो वेसो हो करी, जित वसे आवी कंत। गुरु ग्रंथ साहिब जी कहते आ, पहला सवाल प्रश्न रूपी पंक्ति है, कवण सो अखर। मैं अपने सहुरे घर जा रही हाँ, उत्थे जाके जिवें एक बच्ची पुछदी आ कि सहुरे घर जाके मैं की बोलां कि मेरी इज्जत बने। कवण सो अखर कई बार कहंदियां ना बीबियां, उत्थे जाके हुण जी कहना, उत्थे जाके घट बोलना। गुरु ग्रंथ साहिब कहंदे कवण सो अखर, केड़ा अखर बोलां? कवण सो अखर कवण गुण, केड़ा गुण होवे कि मेरी उस घर विच जाके इज्जत होवे। कवण सो अखर कवण गुण, कवण सो मणिया मंत, केड़ा इहो जिहा मंत्र मेरे कोल होवे जिहदे नाल मेरी उस घर च इज्जत होवे। एक होर कहंदियां ना बीबियां कि मैं इहो जे वस्त्र पावां जिहो जे मेरे पति नूं पसंद होण। कवण सो वेसो हो करी, जित वस आवी कंत। हे मेरी भैन, हे मेरी माँ, मैं सहुरे घर जाके किहो जिहा वेश धारण करां जिस वेश नूं वेख के मेरा पति मेरा कंत मेरे वस च आ जावे। ते दूजी पंक्ति च आंसर दिंदे गुरु ग्रंथ साहिब, पहला अखर दसदे हन निवण सो अखर, निमरता दा गुण तेरे कोल होवे। ये ना होवे कि अगले ने एक गल कही मैं 2 कह के जानिया। ये साडे फौजी वीरां वास्ते बड़ा जरूरी है। मान लो जिमें किसी ने वड्डे ने कुछ कह दिता, वड्डे दा भाव की जिमें घर च माता पिता, वड्डा भरा ते फौज विच आर्मी च सीनियर, जिमें सीनियर भरा ने कुछ कह दिता ना, सब तो पहला गुण धारण कर ला निवण सो अखर, निमरता होवे तेरे अंदर।
ਖਾਵਣ ਗੁਣ। ਦੂਸਰਾ ਗੁਣ ਹੋਵੇ ਬਰਦਾਸ਼ਤ ਕਰਨ ਦਾ ਗੁਣ, ਸਹਿਣਸ਼ੀਲਤਾ ਜਿਹਨੂੰ ਆਖ ਦਿੰਦੇ ਹਨ। ਐਸੀ ਗੱਲ ਨਹੀਂ ਕਹਿੰਦਾ ਮੈਂ ਕਿ ਬਿਲਕੁਲ ਹੀ ਗਲਤ ਹੈ ਤੇ ਉਹਨੂੰ ਅਸੀਂ ਮੰਨੀ ਜਾਣਾ। ਉਹਦਾ ਅਰਥ ਕੀ ਹੈ? ਮੰਨ ਲਓ ਜੇ ਕਿਸੇ ਨੇ ਹੋ ਸਕਦਾ ਪ੍ਰੈਸ਼ਰ ਵਿੱਚ ਆ ਕੇ ਸੱਸ ਮਾਂ ਨੇ, ਸਹੁਰੇ ਨੇ ਜਾਂ ਸੀਨੀਅਰ ਨੇ ਜਾਂ ਮਾਂ ਪਿਓ ਨੇ ਕੁਝ ਕਹਿ ਦਿੱਤਾ, ਉਦੋਂ ਚੁੱਪਚਾਪ ਵਾਪਸ ਆ ਜਾਓ। ਥੋੜ੍ਹੀ ਜਿਹੀ ਦੇਰ ਬਾਅਦ ਫਿਰ ਜਾਓ, 1-2 ਘੰਟੇ ਬਾਅਦ, ਤੇ ਉਹਨਾਂ ਨੂੰ ਜਾ ਕੇ ਵਿਸ਼ ਕਰੋ, ਸਤਿ ਸ਼੍ਰੀ ਅਕਾਲ ਕਹੋ ਤੇ ਕਹੋ ਸਰ ਤੁਸੀਂ ਮੈਨੂੰ ਫਲਾਣੇ ਸਮੇਂ ਆਹ ਗੱਲ ਕਹੀ ਸੀ ਪਰ ਮੇਰੀ ਗਲਤੀ ਕੋਈ ਨਹੀਂ ਆ ਤੇ ਮੈਨੂੰ ਫੀਲ ਬੜਾ ਹੋਇਆ। ਜੇ ਤੇ 1% ਵੀ ਇਨਸਾਨੀਅਤ ਹੋਏਗੀ ਨਾ ਤਾਂ ਅਗਲਾ ਕਹਿ ਦੇਗਾ ਸੌਰੀ ਯਾਰ ਮੇਰੇ ਤੋਂ ਵੀ ਗਲਤੀ ਹੋ ਗਈ, ਮੈਂ ਥੋੜ੍ਹਾ ਗੁੱਸੇ ਸੀ ਜਾਂ ਮੇਰਾ ਧਿਆਨ ਹੋਰ ਕਿਤੇ ਸੀ। ਸਾਰਾ ਕੰਮ ਉੱਥੇ ਦਾ ਉੱਥੇ ਹੀ ਸੋਲਵ ਹੋ ਜਾਏਗਾ। ਨਿਮਣ ਸੁਅੱਖਰ, ਖਵਣ ਗੁਣ, ਬਰਦਾਸ਼ਤ ਕਰਨ ਦਾ ਗੁਣ। ਇਹ ਨਹੀਂ ਕਿਸੇ ਨੇ ਕੁਝ ਕਹਿ ਦਿੱਤਾ ਸਾਰਾ ਦਿਨ ਹੀ ਘੁੰਮਦਾ ਰਿਹਾ, ਹੁਣ ਨਹੀਂ ਮੈਂ ਬਖਸ਼ਣਾ ਕਿਸੇ ਨੇ ਐਵੇਂ ਕਹਿ ਦਿੱਤਾ। ਨਿਵਣ ਸੁਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ। ਆਹ ਬੜਾ ਵੱਡਾ ਗੁਣ ਜੇ। ਜੀਭਾ ਦੇ ਉੱਤੇ ਮਿਠਾਸ ਦੀ ਮਣੀ ਧਰ ਲੈ ਆਪਣੀ ਤੇ, ਜੀਭਾ ਮਣੀਆਂ ਮੰਤ। ਇਹ ਤਰ੍ਹਾਂ ਭੈਣੇ ਵੇਸ ਕਰ, ਤੋ ਵਸਿਆ ਵੀ ਕੰਤ। ਕੰਤ ਭਾਵ ਤੇਰਾ ਪਤੀ। ਕੱਲਾ ਬੀਬੀਆਂ ਲਈ ਨਹੀਂ ਆਏ, ਅਸੀਂ ਸਾਰੇ ਜੀਵ ਰੂਪ ਇਸਤਰੀਆਂ ਹਾਂ। ਪਰਮਾਤਮਾ ਸਾਡਾ ਪਤੀ ਹੈ। ਜੇ ਤੂੰ ਚਾਹੁੰਦਾ ਮੇਰੀ ਪਤਨੀ ਵਸ 'ਚ ਰਵੇ, ਬੀਬੀ ਚਾਹੁੰਦੀ ਮੇਰਾ ਪਤੀ ਵਸ 'ਚ ਰਵੇ, ਸਿਰਫ ਆ 3 ਗੁਣ ਧਾਰਨ ਕਰ ਲੈ। ਨਿਵਣ ਸੁਅੱਖਰ, ਖਵਣ ਗੁਣ, ਜੇਬਾ ਮਣੀਆਂ ਮੰਤ। ਇਹ ਤਰ੍ਹਾਂ ਭੈਣੇ ਵੇਸ ਕਰ, ਤਾਂ ਵਸਿਆ ਵੀ ਕੰਤ। ਕੱਲਾ ਆ ਸੰਸਾਰੀ ਲੋਕ ਨਹੀਂ, ਸੰਸਾਰੀ ਪਤੀ ਨਹੀਂ, ਉਹ ਪਰਮਾਤਮਾ ਪਤੀ ਵੀ ਤੇਰੇ ਵਸ ਵਿੱਚ ਆ ਜਾਏਗਾ ਜੇ ਤੂੰ ਆ 3 ਗੁਣਾਂ ਦਾ ਧਾਰਨੀ ਹੋ ਜਾਏਗਾ। ਅੱਜ ਦੁਸ਼ਹਿਰਾ ਮਨਾ ਰਹੇ, ਦੁਸ਼ਹਿਰੇ ਤੋਂ ਪਹਿਲਾਂ 9 ਦਿਨ ਰਾਮਲੀਲਾ ਚੱਲਿਆ ਕਰਦੀ ਆ। ਰਾਮਲੀਲਾ ਨਾਮ ਤੋਂ ਹੀ ਜ਼ਾਹਰ ਹੈ। ਜਿਵੇਂ ਅਸੀਂ ਗੁਰਪੁਰਬ ਮਨਾਉਂਦੇ, ਅਸੀਂ ਕਹਿ ਦਿੰਦੇ ਗੁਰੂ ਸਾਹਿਬ ਦਾ ਚੋਜ ਸੀ। ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਤੇ ਸਨਾਤਨ ਹਿੰਦੂ ਧਰਮ ਦੇ ਵਿੱਚ ਆਖਿਆ ਜਾਂਦਾ ਲੀਲਾ, ਭਗਵਾਨ ਦੀ ਲੀਲਾ। ਜਿਵੇਂ ਅਸੀਂ ਕਹਿੰਦੇ ਸ਼੍ਰੀ ਭਗਵਤ ਗੀਤਾ, ਇਹਦਾ ਅੱਖਰੀ ਅਰਥ ਕੀ ਕਰੋਗੇ? ਭਗਵਾਨ ਦੇ ਮੁਖ ਤੋਂ ਨਿਕਲਿਆ ਹੋਇਆ ਗੀਤ, ਸ਼੍ਰੀ ਭਗਵਤ ਗੀਤਾ। ਕਿਉਂਕਿ ਹਿੰਦੂ ਧਰਮ ਦੇ ਅੰਦਰ ਅਵਤਾਰਾਂ ਨੂੰ ਭਗਵਾਨ ਕਰਕੇ ਪੂਜਿਆ ਜਾਂਦਾ, ਤੇ ਸਿੱਖ ਧਰਮ ਦੇ ਵਿੱਚ ਗੁਰੂ ਕਰਕੇ ਪੂਜਿਆ ਜਾਂਦਾ। ਇਸ ਕਰਕੇ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਸ਼ਬਦ ਗੁਰਬਾਣੀ। ਚੀਜ਼ ਇੱਕ ਹੈ, ਫਰਕ ਕੋਈ ਨਹੀਂ, ਫਰਕ ਸਾਡੀ ਸੋਚ ਵਿੱਚ ਹੋ ਸਕਦਾ। ਅੱਜ ਦੁਸ਼ਹਿਰਾ ਮਨਾ ਰਹੇ ਹੋ ਨਾ, 9 ਦਿਨ ਰਾਮਲੀਲਾ ਚੱਲਿਆ ਕਰਦੀ ਸੀ, ਪਰ ਅਸੀਂ 9 ਘੜੀਆਂ ਵੀ ਰਾਮਲੀਲਾ ਸੁਣ ਲਈਏ ਨਾ, ਰਾਮਲੀਲਾ ਹੀ ਹੈ ਜਦੋਂ ਅਸੀਂ ਰਾਮ ਜੀ ਦੇ ਜੀਵਨ ਦੀ ਵਿਚਾਰ ਕਰ ਰਹੇ ਹਾਂ। ਜੇ ਤੁਸੀਂ ਦੁਸ਼ਹਿਰਾ ਮਨਾਉਣਾ ਚਾਹੁੰਦੇ ਹੋ, ਗੁਰਮੁਖ ਪਿਆਰਿਓ, ਸ੍ਰੀ ਰਾਮਚੰਦਰ ਜੀ ਨੇ ਮਤਰੇਈ ਮਾਂ ਦੇ ਕਹਿਣ ਤੇ ਬਨਵਾਸ ਸਵੀਕਾਰ ਕੀਤਾ। ਕਿਤੇ ਤੁਹਾਡੇ ਸਾਡੇ ਮਾਤਾ ਪਿਤਾ ਬਿਰਧ ਆਸ਼ਰਮ 'ਚ ਨਹੀਂ ਬੈਠੇ ਹੋਏ, ਫਿਰ ਮਨਾਉਣ ਦਾ ਕੋਈ ਲਾਭ ਨਹੀਂ। ਸੀਤਾ ਮਾਤਾ ਨੇ ਕਿਹਾ ਮੇਰੀ ਮਾਂ ਨੇ ਮੈਨੂੰ ਦਹੇਜ ਦਿੱਤਾ ਸੀ, ਜੇ ਰਾਮਚੰਦਰ ਜੀ ਖੁਸ਼ੀ ਭੋਗਣ, ਰਾਜ ਭੋਗਣ ਤੇ ਤੁਸੀਂ ਅਰਧਾਂਗਣੀ, ਜੇ ਅੱਧਾ ਹਿੱਸਾ ਤੁਹਾਡਾ, ਜੇ ਦੁੱਖ ਭੋਗਣ ਤੇ ਤਾਂ ਵੀ ਅੱਧਾ ਹਿੱਸਾ ਤੁਹਾਡਾ ਬਣਦਾ ਹੈ। ਤੇ ਕਹਿੰਦੇ ਹੁਣ ਉਹ ਬਨਵਾਸ ਜਾ ਰਹੇ ਤੇ ਮੈਂ ਨਾਲ ਜਾਵਾਂਗੀ। ਇਹਦਾ ਭਾਵ ਅਰਥ ਕੀ ਆ? ਜੇ ਪਤੀ ਕਿਤੇ ਦੁੱਖ ਵਿੱਚ ਹੋਵੇ ਤੇ ਸਾਥ ਨਹੀਂ ਛੱਡ ਜਾਣਾ ਕਿ ਅਸੀਂ ਤੁਹਾਡੇ ਨਾਲ ਨਹੀਂ ਹੁਣ ਰਹਿਣਾ। ਜੇ ਪਤਨੀ ਨੂੰ ਕੋਈ ਪੀੜਾ ਹੋਵੇ, ਤਕਲੀਫ ਹੋਵੇ, ਤੇ ਅਸੀਂ ਵੀ ਅੱਧਾ ਸਰੀਰ ਬਣ ਕੇ ਉਹਨਾਂ ਦੇ ਨਾਲ ਨਿਭਣਾ ਹੈ। ਇਹ ਸਾਡੇ ਮੁੱਢਲੇ ਫਰਜ਼ ਬਣਦੇ। ਤਾਂ ਸਾਡੀਆਂ ਰਾਮਨੌਮੀਆਂ ਮਨਾਉਣੀਆਂ ਜ਼ਰੂਰੀ ਹੈ। ਰਾਮਲੀਲਾ ਤਾਂ ਹੀ ਸੁਣਾਈ ਜਾਂਦੀ ਸੀ ਕਿ ਲੋਕਾਂ ਨੂੰ ਸਿੱਖਿਆ ਮਿਲ ਸਕੇ, ਪਰ ਅੱਜ ਕਿਸੇ ਕੋਲ ਸਮਾਂ ਹੀ ਨਹੀਂ। 9 ਦਿਨ ਕੀ, ਅੱਜ ਅਸੀਂ 9 ਘੰਟੇ ਵੀ ਸ੍ਰੀ ਰਾਮਚੰਦਰ ਜੀ ਦੀ ਯਾਦ 'ਚ ਬੈਠਣਾ ਸਵੀਕਾਰ ਨਹੀਂ ਕਰਦੇ। ਤੀਸਰਾ ਅਰਥ, ਜਦੋਂ ਬਨਵਾਸ ਲਈ ਗਏ ਤੇ ਲਛਮਣ ਜੀ ਕਹਿੰਦੇ ਮੈਂ ਵੀ ਜਾਵਾਂਗਾ। ਕਹਿੰਦੇ ਤੁਸੀਂ ਕਿਉਂ ਜਾਓਗੇ? ਕਹਿੰਦੇ ਮੈਂ ਵੀਰ ਤੋਂ ਬਿਨਾਂ ਨਹੀਂ ਰਹਿ ਸਕਦਾ। ਅੱਜ ਸਾਡੇ ਹਾਲਾਤ ਕਿਹੋ ਜਿਹੇ ਆ? ਅੱਜ ਭਰਾ ਦੇ ਪੈਲੀ ਦੇ ਬੰਨੇ ਦੇ ਪਿੱਛੇ ਭਰਾ ਦਾ ਕਤਲ ਕਰ ਦਿੰਦੇ, ਜ਼ਮੀਨ ਦੇ ਟੁਕੜੇ ਦੇ ਪਿੱਛੇ।
पर भरा कहंदा जे वड्डा वीर बनवास नूं जावेगा ते मैं भी उहदे नाल जावांगा। ये सिक्ख्या लैण दी जरूरत है कि परिवार च प्यार किवें निभाउणा। फिर वड्डा मतरेया भरा दूजी मां दी कुख तो सी भरत, जिहदी खातर बनवास दवाया गया सी कि राजगद्दी ते वो बैठेगा। भरत ने आख्या मेरा भरा राज करेगा, ये मेरे भरा वास्ते तखत है। और पिछे दौड़ के गया वीर ना वापस आ जा, तू तखत ते बह। तो श्री रामचंद्र जी ने कहा नहीं, माता पिता का हुक्म है, मैं बनवास जावांगा। तो आउंदे होए वापस ना जदों श्री रामचंद्र जी तपस्या कर रहे सी बैठे, उन्हां दियां खड़ावां चुक के लै आंदियां, जुत्तियां तखत ते रख के ना खड़ावां भरा दियां, ते कहंदे भी ये तखत जेड़ा मेरे भरा दी जुत्ती रह सकदी तखत ते, पर मैं उहदी जुत्ती तो भी थल्ले बैठांगा। इहो जिहा प्यार सानू श्री रामचंद्र जी महाराज दे जीवन चों मिलदा, तां करके उन्हां नूं मर्यादा पुरुषोत्तम आख्या जांदा है। ये सी इतिहास। ते 9 दिन दी उन्हां तपस्या भी कीती, ते जदों उन्हां ने रावण दा वध कीता ते अज दे दिन नूं उहदी याद दे विच दशहरा मनाया जाता है। हुण मैं दशहरा किवें मनाउणा तुहानूं उस पासे लै के चलां। तुसीं सैनिक जे सारे, गुरु गोबिंद सिंह महाराज कहंदे हन धन जियो तिह को जग में। उन्हां दा संसार दे विच जीउणा धन है जिहड़े 2 काम करदे। किहड़ा किहड़ा काम? वेखो 2 काम करन करके असीं संसार 'च धन हो जाइए, होर की चाहीदा। बड़ा सौखे इलाज दसे ना गुरु गोबिंद सिंह महाराज ने, 2 काम करो संसार 'च धन जे तुसीं। किहड़ा काम? मुख ते हर, मुख ते हरि दा सिमरन रखो हर समय, चलते समय राम राम वाहिगुरु सिमरन करते रहो। मुख ते हर, चित्त में जुद्ध विचार है, चित्त दे विच हमेशा ही युद्ध की भावना रखनी। युद्ध की भावना का मतलब ये नहीं कि जेड़ा अग्गिया नूं वड्ढिया कट्टिया सुट दिता। युद्ध की भावना का अर्थ है जे तुसीं कल्ला युद्ध अभ्यास ही करोगे। हुण देखो इत्थे असीं गुरु गुरु जप रहे हां, बाहर गन्नां लगियां, बाहर हथियार लगे, दोवें रंग हन ना। इत्थे बैठे असीं हरी दी जात च बैठे हां, मुख ते हर, चित्त में युद्ध विचारे। जे कल्ला तुसीं हरी हरी सिमरन नहीं करोगे, युद्ध अभ्यास नहीं करोगे, तो जदों जंग लग जाएगा, जंगे मैदान जाओगे, तुहानूं पता नहीं होएगा BMP स्टार्ट किवें हुंदी है, तुहानूं पता नहीं होएगा कि गन रिकॉल किवें करदी है, गन नूं लोड किवें कीता जांदा है, जां BMP नूं टाटरे ते किवें चढ़ाया जांदा है, जां राइफल 'च रोक पवे किवें दूर कीती जांदी है, AK-47 किवें खुलदी किवें जुड़दी है, किवें कार्रवाई करदी है। ते शस्त्र नूं फड़ के तुसीं घबरा जाओगे, तुसीं दुश्मन सामने लड़न जोगे नहीं रहोगे, तुसीं कायर हो जाओगे। जे कल्ला युद्ध अभ्यास ही करोगे तो तुसीं जालम हो जाओगे, तुहाडे अंदर दया की भावना नहीं रहेगी। इस करके गुरमुखो 6 दिन जिहड़े रखे जाते आ ट्रेनिंग वास्ते, युद्ध अभ्यास वास्ते, ते 7वां दिन रखा जाता है हरी दी जात दे विच जुड़न वास्ते। मैं कई बार आखदा हुन्ना इंडियन आर्मी दे विच 90% रूल जिहड़े ना वो गुरु गोबिंद सिंह साहब महाराज की सैना दे विचों, वेद ग्रंथां दे विचों, साडे धर्मां दे विचों लए गए हन। जदों असीं उहदे नाल विस्तार दे नाल विचार करदे फिर सानूं पता लगता है। गुरु गोबिंद सिंह महाराज कहंदे धन जियो तिह को जग में, मुख ते हर चित्त में युद्ध विचारे। फिर सतगुर कहंदे हुण कोई जंगे मैदान शहादत पाउण लगा डर ना जावे, हुण ते मौत आ गई। दे अनित ना नित रहे, जस नाव चढ़े भव सागर तारे। गुरु साहब कहंदे शरीर सदा नहीं जे रहना, चंगे जस दी किश्ती ते चढ़ के भव सागर तो पार हो जा। एक दिन सारिया संसार तो चले जाना, कुर्बानी करन लग्या पिछे ना हटी। जो गुरु साहब ने उपदेश दिता गुरु ग्रंथ साहब, उन्होंने 10 गुरु साहबान ने अपने जीवन च प्रैक्टिकल करके सानू समझाउणा कीता। गुरु नानक दे सिर्फ 3 ही उपदेश है, 3 उपदेशों के दुआले सारा जीवन घुमदा। किरत करो,
कदों क्या किरत करो? पहला बचपन च मज्जियां चारियां, पर जवानी च मोदी दी कार कीती, तो बजुर्ग अवस्था च हल दी जंगी पकड़ के खेती कीती। तिन्ने किरत सी, फिर सानू क्या किरत करो? ये सोचण दी लोड़ नहीं किवें करनी आ। काम कोई वड्डा छोटा नहीं। कई वीर कह दिंदे सिख कदे भीख नहीं मंगदा। जिहड़ा भीख मंगेगा वो गुरु नानक दा सिख हो ही नहीं सकदा, क्योंकि गुरु नानक साहब ने कहा तैनू मज्जियां चारनियां पैण वो भी चार लवीं पर भिखारी ना बनी। तैनू हल दी जंगी पकड़नी पवे वो भी पकड़ लवीं। तैनू दुकानदारी करनी पे वो भी कर ली, पर तू भिखारी बनेगा तो मेरा सिख नहीं हो सकता। पहला गुण ही सिख दे अंदर ये भरिया। दूसरा नाम जपो। आप नाम जपिया, किथे तक जाके जपिया? हरिद्वार गए, उत्थे जपिया ते संगत नूं जपाया। बगदाद गए, फिर बाबा गया बगदाद नूं, बाहर जाए की आस थाना, दित्ती बांग निवाज कर सुन समान हुआ जहाना, सुन मुन नगरी पई देख पीर पया हैराना। बगदाद जाके भी जपिया ते उन्हां नूं जपाया। फिर बाबा मक्के गया, फिर मक्के जाके भी जिथे हज करन लोग जाते ना, उत्थे बाबा गया। तो कित्थे बैठा जाके? अज असी मंदिर जाना, मस्जिद जाना होवे, इन्ने कट्टड़ हो गए, असी कहने मैं क्यों जावां? उत्थे हिंदू जाणगे, उत्थे मुसलमान जाणगे, गुरुद्वारे सिख जाणगे। बाबे नानक ने प्रैक्टिकल करके दसिया। हरिद्वार भी गए, मक्के भी गए, ते मक्के जाके बाबा फिर कित्थे बैठा? बैठा जाए मसीत विच, मसीत दे अंदर बैठा बाबा जाके। वो भी कित्थे बैठा? जिथे हाजी हज गुजारी, जिथे उन्हां दा मेन पुजारी हाजी बैठदा सी ना, उत्थे जाके बाबे ने बैठ के उस अकाल दी गल कीती है। कित्थे उपदेश दिता बाबे ने? उत्थे भी उपदेश दिता ते शमशान घाट दे विच भी जाके बैठ के उपदेश दिता। जदों आख्या ना कोई हिंदू ना मुसलमान, उदों दो ही धर्मां दा बोल बाला सी। बाबे ने शमशान घाट ते बह के 20 रुपए जिहड़े खड़े सी भुखे साधुआं नूं भोजन छका के आके मड़ियां च बह के आख्या ना कोई हिंदू ना मुसलमान। क्यों आखी ऐसी गल? बाबे नूं पुछया गया, पुछन फूल किताब नूं हिंदू वड्डा के मुसलमान होई? कहंदे जिहड़ी किताब तूं लिखी है ना पोथी, इनू खोल के दस इह च की लिखिया, हिंदू वड्डा के मुसलमान? ते बाबे की आख्या फिर? बाबा आखे हाजियां शुभ अमलां बाजों दोनों रोई। जे चंगे गुण नहीं आ, भावें कोई सिख धर्म च जम्मिया, भावें हिंदू धर्म च, भावें मुसलमान धर्म च, उन्हां सारियां नूं रोना पएगा जे उन्होंने इस संसार ते रह के धर्म नहीं कमाउणा कीता। सो बाबे ने 3 उपदेश दिते। आप नाम जपिया, बगदाद तक जाके फिर क्या नाम जपो। आप वंड के छकिया ते छकाया ते फिर सानू क्या वंड छको। सो गुरु गोबिंद सिंह साहब महाराज आखदे हन, इस शरीर सदा रहन वाला नहीं, चंगी किश्ती ते चढ़ के भव सागर तो पार हो जा। ਜਿਹੜੇ ਸਾਰਾਗੜੀ ਵਿੱਚ ਲੜੇ ਸੀ, ਅੱਜ ਵੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਕਿ ਉਹਨਾਂ ਦੇ ਨਾਲ ਹੋਰ ਲੋਕ ਨਹੀਂ ਹੋਣਗੇ ਜਿਹੜੇ ਉਸ ਸਮੇਂ ਮਰੇ ਹੋਣਗੇ। ਸ਼ਹੀਦ ਭਗਤ ਸਿੰਘ ਜਦੋਂ ਸ਼ਹੀਦ ਹੋਏ ਆ, ਉਹਨਾਂ ਦੇ ਹਮ ਉਮਰ ਹੁਣ ਤੱਕ ਬੈਠੇ ਕਿਤੇ, ਪਰ ਕੋਈ ਯਾਦ ਕਰਦਾ ਉਹਨਾਂ ਨੂੰ? ਕੋਈ ਨਹੀਂ ਯਾਦ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਸੰਸਾਰ 'ਤੇ ਆਏ, ਜਾਂ ਸ਼੍ਰੀ ਰਾਮਚੰਦਰ ਜੀ ਜਦੋਂ ਸੰਸਾਰ 'ਤੇ ਸਰੀਰ ਧਾਰਨ ਕਰਕੇ ਆਏ, ਉਦੋਂ ਉਹਨਾਂ ਨਾਲ ਹੋਰ ਬਾਲਕ ਨਹੀਂ ਆਏ ਹੋਣਗੇ? ਉਹਨਾਂ ਨੂੰ ਕਿਉਂ ਨਹੀਂ ਕੋਈ ਯਾਦ ਕਰਦਾ? ਗੁਰੂ ਸਾਹਿਬ ਕਹਿੰਦੇ ਜਿਹੜੇ ਚੰਗੇ ਜਸ ਦੀ ਨਾਵ 'ਤੇ ਚੜ੍ਹ ਕੇ ਭਵ ਸਾਗਰ ਨੂੰ ਪਾਰ ਕਰ ਜਾਂਦੇ ਹਨ। ਧੀਰਜ ਧਰਮ ਬਣਾਏ ਇਹ ਤਨ, ਧੀਰਜ ਧਾਮ ਬਣਾਏ ਇਹ ਤਨ। ਧਾਮ ਦਾ ਅਰਥ ਕੀ ਹੁੰਦਾ? ਘਰ। ਇਸ ਘਰ ਨੂੰ, ਇਸ ਹਿਰਦੇ ਨੂੰ ਧੀਰਜ ਦਾ ਘਰ ਬਣਾ ਲਾ। ਭਾਵ ਕਿ ਤੇਰੇ ਅੰਦਰ ਇੰਨੀ ਕੁ ਨਿਮਰਤਾ ਆ ਜਾਵੇ। ਧੀਰਜ ਧਾਮ ਬਣਾਏ ਇਹ ਤਨ, बुद्ध सो दीपक ज्यों उजारे। बुद्ध तेरी दीपक दे वांग उजल होनी चाहिए है। ज्ञानी की बढ़नी मनो हाथ लै, कातरता कुतवार बहारे। सतगुर कहते ज्ञान धारण करके ना
ਕਾਇਰਤਾ ਨੂੰ ਹੂੰਝ ਕੇ ਬਾਹਰ ਸੁੱਟ ਦੇ। ਇਸ ਕਰਕੇ ਦੋਨੇ ਪੱਖ ਦੀ ਜ਼ਰੂਰਤ ਹੈ। ਸਾਨੂੰ ਨਾਮ ਜਪਣ ਦੀ ਵੀ ਲੋੜ ਹੈ, ਯੁੱਧ ਅਭਿਆਸ ਦੀ ਵੀ ਸਾਨੂੰ ਲੋੜ ਹੈ। ਹੁਣ ਸ਼ਸਤਰ ਦੀ ਗੱਲ ਅਸੀਂ ਕਰਦੇ ਹਾਂ। ਕਈ ਵੀਰ ਕਹਿ ਦਿੰਦੇ ਆ ਸ਼ਸਤਰ ਦੀ ਪੂਜਾ ਦੀ ਕੀ ਲੋੜ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਭ ਤੋਂ ਉੱਪਰ ਸਥਾਨ ਹੀ ਸ਼ਸਤਰ ਨੂੰ ਦਿੱਤਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਖਦੇ ਹਨ, ਹੱਥ ਵਿੱਚ ਮਿਆਨ ਵਿੱਚੋਂ ਧੂ ਕੇ ਕਿਰਪਾਨ ਪਕੜ ਕੇ ਜੇ ਖਾਲਸਾ ਸਾਜਿਆ ਤੇ ਉਹ ਵੀ ਕਿਰਪਾਨ ਵਿੱਚੋਂ। ਮਿਆਨੋਂ ਕਿਰਪਾਨ ਧੂ ਕੇ ਆਖਦੇ ਹਨ, ਤੂੰ ਹੀ ਨਿਸ਼ਾਨੀ ਜੀਤ ਕੀ, ਆਜ ਤੂੰ ਹੀ ਜਗ ਵੀਰਾ। ਇਸ ਤਰ੍ਹਾਂ ਪਕੜ ਕੇ ਕਿਰਪਾਨ ਨੂੰ ਦੇਖ ਕੇ ਨਜ਼ਰ 'ਚ ਨਜ਼ਰ ਮਿਲਾ ਕੇ ਕਹਿੰਦੇ, ਤੂੰ ਹੀ ਮੇਰੇ ਵਾਸਤੇ ਜਿੱਤ ਦੀ ਨਿਸ਼ਾਨੀ ਹੈ ਕਿ ਮੈਂ ਜੰਗ ਜਿੱਤ ਕੇ ਆਇਆ। ਆਜ ਤੂੰ ਹੀ ਜਗ ਵੀਰ, ਅੱਜ ਜਗ ਦੇ ਵਿੱਚ ਵੀਰ ਬਹਾਦਰ ਤੂੰ ਹੀ ਆ, ਤੇਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਹੁਣ ਇਹਦਾ ਮਤਲਬ ਕੀ ਹੈ? ਕਿਉਂ ਆਖਦੇ ਕਿਰਪਾਨ ਨੂੰ? ਸਤਿਗੁਰ ਨੇ ਇਹ ਸਾਨੂੰ ਸਮਝਾਉਣਾ ਕੀਤਾ, ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸੈਥੀ ਯਹ ਹਮਾਰੇ ਪੀਰ। ਜਦੋਂ ਅਸੀਂ ਸ੍ਰੀਨਗਰ ਸੀ ਨਾ, ਤੇ ਮੇਰੇ ਕੋਲ ਇੱਕ ਸਿੰਘ ਸੀ ਸਾਡੇ, ਉਹ ਆਏ ਆ ਕੇ ਕਹਿੰਦੇ, ਬਾਬਾ ਜੀ 6 ਬੰਦੇ ਚਾਹੀਦੇ। ਮੈਂ ਕਿਹਾ ਕਿੱਥੇ ਲੈ ਕੇ ਜਾਣੇ? ਕਹਿੰਦੇ ਪ੍ਰੋਟੈਕਸ਼ਨ ਚਾਹੀਦੀ, ਪੀਰ ਬਾਬੇ ਪ੍ਰਸ਼ਾਦ ਚੜਾਉਣ ਜਾਣਾ। ਮੈਂ ਉਹਨੂੰ ਬੇਨਤੀ ਕੀਤੀ, ਗੁਰਮੁਖਾ ਜੇ ਤੂੰ ਪੰਡਤਾਂ ਦੀ ਪਲਟਨ ਚੰਦ ਜਿਹੜਾ ਮੰਦਿਰ ਬਣਿਆ ਉਹ ਸਰਬ ਧਰਮ ਸਥਲ ਹੈ, ਉੱਥੇ ਤੂੰ ਸ੍ਰੀ ਰਾਮ ਚੰਦਰ ਜੀ ਨੂੰ ਯਾਦ ਕਰਕੇ ਇੱਥੇ ਪ੍ਰਸ਼ਾਦ ਚੜਾ ਲਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਕੇ ਚੜਾ ਲਾ, ਇੱਥੇ ਅਰਦਾਸ ਕਰ ਲਾ, ਇਹ ਸਰਬ ਧਰਮ ਸਥਲ ਹੈ। ਜੇ ਖਾਲਸਾ ਪਲਟਨ 'ਚ ਇਹੀ ਸਾਡਾ ਸਰਬ ਧਰਮ ਸਥਲ ਹੈ, ਅਸੀਂ ਗੁਰਦੁਆਰੇ ਬੈਠਣਾ। ਜੇ ਮੁਹੰਮਡਨ ਪਲਟਨ 'ਚ ਕੋਈ ਕਲਰਕ ਵੀ ਚਲਿਆ ਗਿਆ, ਉੱਥੇ ਉਹਨੇ ਮਸਜਿਦ ਜਾਣਾ, ਉਹਦਾ ਇੱਕ ਧਰਮ ਹੈ। ਸਾਨੂੰ ਗੁਰੂ ਸਾਹਿਬ ਨੇ ਵੀ ਕਿਹਾ ਸਾਰੇ ਧਰਮ ਗ੍ਰੰਥ ਪੜ੍ਹੋ, ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਹਰ ਧਰਮ ਗ੍ਰੰਥ ਪੜ੍ਹੋ, ਹਰ ਭਾਸ਼ਾ ਸਿੱਖੋ, ਪਰ ਇੱਕ ਧਰਮ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਇਹ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਬਣਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਜੇ ਤੂੰ ਹਿੰਦੂ ਹੈ ਤੇ ਪੱਕਾ ਹਿੰਦੂ ਬਣ, ਜੇ ਤੂੰ ਮੁਸਲਮਾਨ ਹੈ ਤੇ ਪੱਕਾ ਮੁਸਲਮਾਨ ਬਣ, ਜੇ ਤੂੰ ਈਸਾਈ ਹੈ ਤੇ ਪੱਕਾ ਈਸਾਈ ਬਣ, ਤੇ ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰ ਤੇ ਸਤਿਕਾਰ ਕਰ। ਇਹ ਗੁਰੂ ਸਾਹਿਬ ਦਾ ਸਾਡੇ ਵਾਸਤੇ ਹੁਕਮ ਹੈ। ਕਹਿੰਦੇ ਬਾਬਾ ਜੀ ਮੈਂ ਜਾਣਾ ਬਾਬੇ ਪੀਰ ਬਾਬੇ ਦੇ ਪ੍ਰਸ਼ਾਦ ਲੈ ਕੇ। ਮੈਂ ਕਿਹਾ ਪੀਰ ਬਾਬਾ ਗੁਰਮੁਖਾ ਫੌਜੀਆਂ ਦਾ ਤੇ ਹੈ ਹੀ ਨਹੀਂ। ਫੌਜੀਆਂ ਦਾ ਇਹ ਜੋ ਧਰਮ ਸਥਲ ਜੂੰਟ ਦਾ ਬਣਿਆ, ਇਹਨੂੰ ਪੀਰ ਬਾਬਾ ਮੰਨ ਲਾ, ਇਹਨੂੰ ਗੁਰੂ ਮੰਨ ਲਾ, ਇਹਨੂੰ ਮੰਦਰ ਮੰਨ ਲਾ, ਤੈਨੂੰ ਇੱਥੇ ਹੀ ਪੂਜਾ ਕਰਨੀ ਪਏਗੀ। ਕਹਿੰਦੇ ਬੁਰਾ ਭਲਾ ਕਿਉਂ ਕਹਿਣਾ, ਸਾਰੀ ਜਾਈਏ। ਮੈਂ ਕਿਹਾ ਨਹੀਂ, ਐਜ਼ ਏ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਮੇਰੀ ਜ਼ਮੀਰ ਅਗਵਾਈ ਨਹੀਂ ਦਿੰਦੀ ਕਿ ਮੈਂ ਤੁਹਾਨੂੰ ਇਜਾਜ਼ਤ ਦੇਵਾਂ ਤੁਸੀਂ ਪੀਰ ਬਾਬੇ ਪ੍ਰਸ਼ਾਦ ਚੜਾਉਣ ਜਾਓ, ਕਿਉਂਕਿ ਹਰ ਵੀਰਵਾਰ ਤੁਸੀਂ ਇਸ ਟਾਈਮ ਨਾਲ ਲੰਘਦੇ ਜੇ, ਮੇਰੀ ਟੰਡ ਘਾਤ ਲਾ ਕੇ ਬੈਠਾ ਹੋਏਗਾ, ਉਹਨੂੰ ਪਤਾ ਫੌਜੀ ਵੀਰਵਾਰ ਇੰਨੇ ਕੁ ਵਜੇ ਆਉਂਦੇ ਆ, ਉਹ ਬੜਾ ਵੱਡਾ ਸਾਡੀ ਪਲਟਨ ਦਾ ਨੁਕਸਾਨ ਕਰ ਸਕਦਾ। ਤੁਸੀਂ ਫੌਜੀ ਜੇ ਤੁਹਾਨੂੰ ਮੈਂ ਹੋਰ ਦੱਸਦਾ, ਤੁਸੀਂ ਗਨ ਏਰੀਏ 'ਚ ਬੈਠੇ, ਉੱਥੇ ਗੁਰਦੁਆਰਾ ਨਹੀਂ, ਮੰਦਰ ਨਹੀਂ, ਕੁਛ ਨਹੀਂ ਆ, ਤੁਸੀਂ ਉੱਥੇ ਵੀ ਪੀਰ ਬਾਬੇ ਦੀ ਪੂਜਾ ਕਰ ਸਕਦੇ ਜੇ। ਸਾਡੇ ਪੀਰ ਕੌਣ ਆ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ, ਸੈਬ ਸਰੋਹੀ ਸੈਥੀ ਯਹ ਹਮਾਰੇ ਪੀਰ। ਸਾਰੇ ਸ਼ਸਤਰ ਗਿਣ ਦਿੱਤੇ। ਤੇਰੇ ਕੋਲ ਕਿਰਪਾਨ ਹੋਵੇ, ਤੇਰੇ ਕੋਲ ਬਰਸ਼ੀ ਹੋਵੇ, ਤੇਰੇ ਕੋਲ ਨੇਜਾ ਹੋਵੇ, ਇਹ ਇੱਕ ਸੋਲਜਰ ਦੇ ਪੀਰ ਹਨ ਸਾਰੇ, ਇਹਨਾਂ ਦੀ ਬੰਦਗੀ ਕਰ ਸਕਦੇ ਹੋ। ਜਦੋਂ ਮਾਤਾ ਸਾਹਿਬ ਕੌਰ ਨੇ ਆਖਿਆ ਨਾ, ਦਿੱਲੀ ਨੂੰ ਭੇਜਿਆ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਜਾਣ ਲੱਗੇ, ਤੇ ਮਾਤਾ ਜੀ ਨੇ ਹੱਥ ਜੋੜ ਕੇ ਆਖਿਆ, ਸਤਿਗੁਰੂ ਮੈਂ ਪ੍ਰਣ ਕੀਤਾ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਅੰਨ ਜਲ ਗ੍ਰਹਿਣ ਨਹੀਂ ਕਰਦੀ। ਤੇ ਗੁਰੂ ਸਾਹਿਬ ਨੇ ਇੱਕ ਕਿਰਪਾਨ ਭੇਟ ਕਰਕੇ ਨਾ ਕਹਿੰਦੇ ਇੱਕ ਪਲੰਗ ਸਜਾਇਓ, ਜਿਵੇਂ ਸੁੱਖ ਆਸਣ ਦਾ ਪਲੰਗ ਹੁੰਦਾ, ਉਸ ਪਲੰਗ 'ਤੇ ਕਿਰਪਾਨ ਰੱਖ ਦਿਓ ਤੇ ਅਰਦਾਸ ਕਰਿਓ, ਉੱਪਰੋਂ ਵਸਤਰ ਨਾ ਢੱਕ ਦਿਓ। ਅਰਦਾਸ ਕਰਕੇ ਜਦੋਂ ਬੇਮਿਆਨ ਕਰੋਗੇ ਨਾ ਕਿਰਪਾਨ, ਤੁਹਾਨੂੰ ਉਸ ਕਿਰਪਾਨ ਦੇ ਵਿੱਚੋਂ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਸਭ ਤੋਂ ਵੱਧ ਮਹਾਨਤਾ ਗੁਰੂ ਸਾਹਿਬ ਨੇ ਕਿਰਪਾਨ ਨੂੰ ਬਖਸ਼ਿਸ਼ ਕੀਤੀ ਹੈ।
फिर सतगुर कहते तीर तू ही, सैथी तू ही तबर तलवार। हुण इत्थे वेखो किड्डा वड्डा भाव जे। कई वीर कह देंदे साडे को ते इनसास आ, दुश्मन को ते AK-47 किवें लड़ीए, दुश्मन को तो यहो जे हथियार आ गए, मारू हथियार। पर गुरु गोबिंद सिंह महाराज कहते जेड़ा हथियार तुहाडे हत्थ 'च आ गया उन्होंने कह दे तीर तू ही, सैथी तू ही तबर तलवार। हुण तू मेरे वास्ते बरछी भी है, तू मेरे वास्ते तीर भी है। जदों तुहाडा इन्ना टुट विश्वास दृढ़ इरादा होएगा, तुहानूं कोई दुनिया की ताकत हराउण वाली नहीं। 21 सिखां ने दस दिता सी, 36 सिख पलटन जिहड़ी अज 4 सिख है सारा गढ़ी के मैदान दे विच 21 ने लाशां दे ढेर ला के रख दिते सी। सिर्फ लास्ट ते ओह अपणियां किरपानां धू के म्यानों उस नाल लड़े सी। अब्दुल हमीद एक मुसलमान सी जिहदा मैमोरीअल बनिया भिखीवंड तो गांह जाके कच्चे पक्के दे रस्ते वो कल्ले ने सारी रात एक पाकिस्तान का ब्रिगेड रोक के दसिया रखिया सी। अटुट विश्वास होना चाहिए, अपने शस्त्र ते भरोसा होना चाहिए। फिर गुरु साहब कहते नाम तिहारो जो जपे पई सिंध पाव पार, सिंध प्रांत पाकिस्तान च पैंदा। कहते जेड़ा तुहाडा नाम जपेगा, शस्त्रां दा जेड़ा नाम जपेगा, शस्त्र नूं याद रखेगा, वो पार ही मिलेगा तुहाडे वल नूं। फिर दुश्मन वो मूँह नहीं कर सकता। पढ़ो किते सरकारे खालसा दा राज, महाराजा रणजीत सिंह दा राज, अंग्रेज भी पानी भरिया करते सी। उहदा काबल कंधार दियां कंधां कंबिया करदियां सी सरकारे खालसा दे नाम तो। जनरल जोरावर सिंह कोट जिथे बनया होया, जिथे कोई -0 डिग्री दे विच रहना मुश्किल हो जाता, उत्थे भी जाके उन्हां जंग लड़ी। उस समय एक तोप बनी सी जिन्हों अज असीं जूझ थ्रो बर्तन ते कह दिंदे आ, पर अज तक जूझ थ्रो तोप नहीं कदी सुनी। जदों लहणा से मजीठीए नूं दसिया गया ना कि उत्थे जाना है, बर्फ बड़ी पैंदी आ, हथियार चुक के लिजाने बड़े औखे, वो कहंदे गल ही कोई नहीं। उन्होंने एक ऐसी तोप बनाई सी, चमड़े की तोप, लैदर की तोप, एक बार गोला फैर करती सी और नाल ही सड़ के सुआह हो जाती सी, पर अपना काम कर जाती सी। उन्होंने जूझ थ्रो तोप कहते सी। वो फोल्ड करके बैग भर भर के नाल सैनिक लै जाया करते सी। भाव कि किड्डी वड्डी विग्यान सी। एक होर चीज़ तुहानूं दसां, जिहड़ी अज कहने सूरजी ऊर्जा, सूरजी ऊर्जा ते चलण वाली सब तो पहली घड़ी पता वर्ल्ड विच कित्थे बनी सी? लैणा सिंह मजीठीए ने बनाई सी, जिहड़ा महाराजा रणजीत सिंह का बड़ा वड्डा जरनैल सी। और महाराजा रणजीत सिंह ने कित्थे रखी घड़ी पता? दरबार साहब जाते हो ना, हरमंदर साहब गोल्डन टैंपल, जदों दर्शनी ड्योढ़ी तो अंदर एंट्री करते हैं। हुण दर्शनी ड्योढ़ी आम साडे जिहड़े हिंदू भाई बैठे शायद ना समझ आवे। जदों सरोवर दे विच रस्ता एंटर हुंदा अमृत सरोवर दे विच, वो जिहड़ी ड्योढ़ी बनी उहनूं दर्शनी ड्योढ़ी आख्या जांदा। उथों एंट्री करके थोड़ा ही जाओगे, सज्जे पासे इस तरह गोल पत्थर लगा, ਉਹਦੇ ਉੱਤੇ ਉਹ सूरजी ऊर्जा वाली घड़ी लगी हुई आ, ਜਿਹੜੀ सब तो पहला सिख जरनैल लैणा सिंह मजीठीए ने बनाई सी। अज असी कहने साइंस बड़ी एडवांस हो गई, मैं कहना साइंस बड़ी रिवर्स हो गई। 1890 च एक दीवा बनया सी, वो दीवे नूं तेल नहीं सी पाउणा पैंदा, ਉਹਦੇ अंदर पत्थर लाए सी। जदों ਉਹਨੂੰ पिछों इस तरह नपदे सी तो वह पत्थर चों ही अग लगातार निकलती रहिंदी सी, बिना तेल तो एक दीवा जगया करदा सी। इन्नी साइंस एडवांस सी। सिंधु घाटी की सभ्यता पढ़ोगे वेख के हैरान हो जाइदा, इहो जिहा कुछ पहलां भी सी। साडे वेखण च ते कच्चे मकान सी, उत्थे 7-7 कमरियां वाले गुसलखानियां वाले रूम बने सी। भाव कि 7 बाथरूम का मतलब कि 7 ही कमरियां नाल अटैच बाथरूम बने हुए सी। बड़ी साइंस एडवांस होया करदी सी। सतगुरु जी आखदे तू ही निशानी जीत की, आज तू ही, आज तू ही, आज तू ही जगबीर, मेरे हाथ विच पकड़ी हुई किरपान जेड़ी ना, तू ही जित दी निशानी है, तू ही जग दी वीर बहादुर है। सो ये दात सानू गुरु साहब ने बख्शिश की। जदों अहमद शाह अब्दाली ने पानीपत के मैदान ते हमला किया, जदों पानीपत के मैदान दे विचों वो फौज नूं हरा के जाण लगा तो पंजाब की धरती तो खालसे ने हमला कर दिता, इनू बुरी तरह लुटिया। ये कहता मैं इन्हों सबक सिखावांगा।
ਤੇ ਇਹਨੇ ਵੱਡਾ ਘੱਲੂਘਾਰਾ ਕੀਤਾ, ਜਿਹਦੇ ਵਿੱਚ ਤਕਰੀਬਨ 40-45 ਹਜ਼ਾਰ ਦੇ ਕਰੀਬ ਇੱਕੋ ਦਿਨ ਸਿੱਖਾਂ ਨੂੰ ਘੇਰ ਕੇ ਖਤਮ ਕਰ ਦਿੱਤਾ ਗਿਆ। ਪਰ ਜਦੋਂ ਉਹਨੇ ਵੱਡਾ ਘੱਲੂਘਾਰਾ ਕੁੱਪਰਹੀੜੇ ਦੇ ਮੈਦਾਨ ਦੇ ਵਿੱਚ ਕੀਤਾ ਨਾ, ਉਦੋਂ ਬਜ਼ੁਰਗ ਤੇ ਬੱਚੇ ਜ਼ਿਆਦਾ ਸੀ। ਅਹਿਮਦ ਸ਼ਾਹ ਅਬਦਾਲੀ ਨੇ ਸਬਕ ਸਿਖਾਉਣਾ ਚਾਹਿਆ, ਪਰ ਉਹਨਾਂ ਇੱਕ ਗੋਲ ਘੇਰਾ ਘੱਤ ਕੇ ਨਾ ਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਵਿਚਕਾਰ ਰੱਖ ਕੇ ਲੜਦੇ ਰਹੇ। ਅੰਤ ਵਿੱਚ ਜਾ ਕੇ ਅਬਦਾਲੀ ਨੇ ਪੁੱਛਿਆ, ਕਹਿਣ ਲੱਗਾ ਇਹ ਕਿਹੋ ਜਿਹੀ ਫੌਜ ਹੈ, ਇਹ ਇੰਨੀ ਬਹਾਦਰੀ ਨਾਲ ਲੜਦੇ ਹਨ। ਤੇ ਉਹਨੇ ਪੁੱਛਿਆ ਤੇ ਜਦੋਂ ਉਹਨੂੰ ਦੱਸਿਆ ਗਿਆ ਉੱਥੇ ਕਹਿੰਦੇ ਇਨਕਾ ਮੁਰਸ਼ਦ ਵਲੀ ਭਇਓ ਹੈ, ਇਨਕੋ ਆਬੇ ਹਿਆਬ ਦਿਓ ਹੈ। ਇਹਨਾਂ ਦਾ ਮੁਰਸ਼ਦ ਗੁਰੂ ਗੋਬਿੰਦ ਸਿੰਘ ਬੜਾ ਵਲੀ ਹੈ, ਇਹਨਾਂ ਨੂੰ ਆਬੇ ਹਿਆਬ ਅੰਮ੍ਰਿਤ ਦਿੱਤਾ ਹੈ। ਐਸੀ ਗਿਓ ਕਲਾਮ ਬਤੇ, ਕਹਿੰਦਾ ਹੁਣ ਕਿੱਥੇ? ਕਹਿੰਦਾ ਉਹ ਤੇ ਚਲੇ ਗਏ ਸੰਸਾਰ ਤੋਂ। ਕਹਿੰਦਾ ਹੁਣ ਫਿਰ ਕੀ ਕਰਦੇ? ਕਹਿੰਦੇ ਐਸੀ ਗਿਓ ਕਲਾਮ ਬਤਾਏ ਹੈ, ਐਸਾ ਇਹਨਾਂ ਨੂੰ ਕਲਾਮ ਪੜ੍ਹਨਾ ਦੱਸ ਗਿਆ, ਜਿਸ ਦੇ ਸੁਦਾ ਬਣਾਏ ਇਹ ਲਏ ਆ, ਜਿਸ ਦੇ ਅੰਮ੍ਰਿਤ ਖੁਦ ਬਣਾ ਲੈਂਦੇ। ਲੋਗਨ ਤਾਈ ਭਲਾਏ ਦੇ ਹੈ, ਸਿਆਰਨ ਤੇ ਸਿੰਘ ਬਣਾਏ ਲਏ ਹੈ। ਸੋ ਅੱਜ ਦੁਸ਼ਹਿਰੇ ਦਾ ਦਿਨ ਹੈ। ਇਹ ਮੇਰਾ ਵਿਸ਼ਾ ਇਹ ਹੈ ਕਿ ਸ਼ਸਤਰ ਦੀ ਪੂਜਾ ਕਿਉਂ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਤੁਸੀਂ ਜੇ ਕਿਤੇ ਦੇਸ਼ ਨੂੰ ਆਜ਼ਾਦ ਰੱਖਣਾ ਚਾਹੁੰਦੇ ਹੋ, ਪ੍ਰਸ਼ਾਦਾ ਛਕਣ ਵੇਲੇ ਵੀ ਤੁਹਾਨੂੰ ਸ਼ਸਤਰ ਨਾ ਭੁੱਲੇ, ਰੋਟੀ ਪੱਕ ਕੇ ਤਿਆਰ ਹੋਵੇ। ਬੀਬੀਓ ਭੈਣੋ, ਮੈਂ ਪਹਿਲਾਂ ਦੱਸਿਆ ਸੀ, ਘਰ ਵਿੱਚ ਘੱਟ ਤੋਂ ਘੱਟ ਇੱਕ ਟਾਈਮ ਪ੍ਰਸ਼ਾਦੇ ਨੂੰ ਭੋਗ ਜ਼ਰੂਰ ਲਵਾਇਆ ਕਰੋ। ਜਦੋਂ ਤਾਜ਼ੀ ਸਬਜ਼ੀ ਬਣਦੀ ਆ, ਇੱਕ ਥਾੜ ਰੱਖੋ ਤਿਆਰ ਕਰਕੇ ਪ੍ਰਮਾਤਮਾ ਦੇ ਨਾਮ ਦਾ, ਉਹਦੇ 'ਚ ਇੱਕ ਪ੍ਰਸ਼ਾਦਾ ਰੱਖੋ, ਥੋੜੀ ਦਾਲ ਰੱਖੋ, ਸਬਜ਼ੀ ਪਾਓ ਤੇ ਅਰਦਾਸ ਕਰੋ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ, ਉਹਨੂੰ ਭੋਗ ਲਵਾਓ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਪ੍ਰਵਾਨ ਹੋ ਜਾਏਗਾ। ਭਾਵ ਕਿ ਪ੍ਰਸ਼ਾਦਾ ਛਕਣ ਵੇਲੇ ਵੀ ਤੁਹਾਨੂੰ ਕਿਤੇ ਸ਼ਸਤਰ ਨਾ ਭੁੱਲ ਜਾਵੇ। ਸਤਿਗੁਰੂ ਕਿਰਪਾ ਕਰਨ। ਸਮਾਂ ਸਮਾਪਤੀ ਵੱਲ ਜਾ ਰਿਹਾ। ਦੁਸ਼ਹਿਰੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਹਮੇਸ਼ਾ ਪੋਜ਼ਿਟਿਵ ਸੋਚਣਾ ਹੈ। ਇਹ ਤਿਉਹਾਰ ਮਨਾਉਣ ਦਾ ਮੈਂ ਪਹਿਲਾਂ ਤੁਹਾਨੂੰ ਦੱਸਿਆ ਤਾਂ ਹੀ ਫਾਇਦਾ ਹੈ, ਜੇ ਸ੍ਰੀ ਰਾਮਚੰਦਰ ਜੀ ਦੇ ਨਾਂ 'ਤੇ ਰਾਮਲੀਲਾ ਮਨਾਈ ਜਾਂਦੀ ਸੀ, 9 ਦਿਨ ਰਾਮਲੀਲਾ ਹੁੰਦੀ ਸੀ। ਅੱਜ ਇੱਕ ਦਿਨ ਵੀ ਰਾਮਲੀਲਾ ਦਾ ਸਾਡੇ ਕੋਲ ਟਾਈਮ ਨਹੀਂ ਆ। ਉਹਨਾਂ ਮਹਾਂਪੁਰਸ਼ਾਂ ਦਾ ਨਾ ਇਤਿਹਾਸ ਵਿਚਾਰਿਆ, ਨਾ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲੇ, ਸਿਰਫ ਜੀ ਦੁਸ਼ਹਿਰਾ ਮਨਾ ਲਿਆ। ਰਾਵਣ ਕੁੰਭਕਰਨ ਤੇ ਮੇਘਨਾਥ ਦਾ ਪੁਤਲਾ ਸਾੜ ਦਿੱਤਾ, ਮੇਲਾ ਵੇਖ ਕੇ ਆ ਗਏ। ਉਹਦਾ ਕੋਈ ਲਾਭ ਨਹੀਂ। ਲਾਭ ਇਹ ਆ ਜਿਹੜੇ ਬਾਹਰ ਸ਼ਸਤਰ ਲਿਓਟ ਕੀਤੇ ਆ, ਸਾਡੇ ਬੱਚਿਆਂ ਨੂੰ ਵੀ ਫਖਰ ਹੋਵੇ ਕਿ ਅਸੀਂ ਫੌਜੀਆਂ ਦੇ ਬੱਚੇ ਆ। ਸਾਡੇ ਜਿਹੜੇ ਬਾਪ ਹਨ ਉਹ ਇਹਨਾਂ ਸ਼ਸਤਰਾਂ ਨਾਲ ਖੇਲਦੇ ਹਨ। ਸਾਡੇ ਦੇਸ਼ ਨੂੰ ਕੋਈ ਦੁਨੀਆ ਦੀ ਤਾਕਤ ਗੁਲਾਮ ਨਹੀਂ ਬਣਾ ਸਕਦੀ, ਕਿਉਂਕਿ ਸਾਡੇ ਕੋਲ ਇਹੋ ਜਿਹੇ ਆਧੁਨਿਕ ਸ਼ਸਤਰ ਹਨ। ਬੱਚਿਆਂ ਨੂੰ ਮੋਟੀਵੇਟ ਹੋਵੇ ਕਿ ਆਹ ਸ਼ਸਤਰ ਚਲਾਉਣ ਦਾ ਮੌਕਾ ਮੈਨੂੰ ਵੀ ਮਿਲੇਗਾ। ਹਾਂ ਬੇਟਾ, ਜਦ ਐਜੂਕੇਸ਼ਨ ਪੂਰੀ ਕਰਕੇ ਸੈਨਾ ਜੁਆਇਨ ਕਰੇਗਾ, ਇਹ ਸ਼ਸਤਰ ਤੈਨੂੰ ਮਿਲ ਜਾਣਗੇ। ਇਹ ਸਾਡਾ ਮੂਲ ਅਰਥ ਹੈ ਅੱਜ ਦਾ ਦੁਸ਼ਹਿਰਾ ਮਨਾਉਣ ਦਾ। ਸਤਿਗੁਰੂ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਣ। ਅੱਜ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ, ਸਾਡੀ ਪਲਟਨ ਦੇ ਅੱਜ 2 ਮੈਂਬਰ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਤੇ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ, ਸਤਿਗੁਰ ਨੇ ਕਿਰਪਾ ਕੀਤੀ, ਦੋਨੋਂ ਸੂਬੇਦਾਰ ਮੇਜਰ ਵਾਸਤੇ ਇੰਪਰੂਵ ਹੋਏ ਹਨ। ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੇ, ਇਸ ਰਜਮੰਡ ਨੂੰ ਹਮੇਸ਼ਾ ਹੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ। ਜਦੋਂ ਯੂਨਿਟ ਦੀ ਆਰਨਰੀ ਆਉਂਦੀ ਨਾ 2-4 ਦੀ, ਜਾਂ ਸੂਬੇਦਾਰ ਮੇਜਰ ਬਣਦੇ ਆ, ਉਦੋਂ ਰਜਮੰਡ ਦੀ ਜਿਹੜੀ ਆਨ ਤੇ ਸ਼ਾਨ ਹੋਰ ਵੱਧ ਜਾਂਦੀ ਹੈ। ਸਾਰੀਆਂ ਯੂਨਿਟਾਂ 'ਚ ਗੱਲ ਚੱਲਦੀ, ਫਲਾਨੀ ਯੂਨਿਟ ਦੇ 2 SM ਇੰਪਰੂਵ ਹੋ ਗਏ। ਇਹ ਬੜੀ ਵੱਡੀ ਗੱਲ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ, ਰਜਮੰਡ ਨੂੰ ਚੜ੍ਹਦੀਆਂ ਕਲਾ ਬਖਸ਼ਣ। ਇੱਕ ਰਜਮੰਡ ਨੇ 1 ਹਫ਼ਤੇ ਤੋਂ ਲਗਾਤਾਰ ਤਰਲਾ ਲਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੜੇ ਸੀਰੀਅਸ ਸਨ ਆਪਣੇ ਹੌਸਪੀਟਲ ਦੇ ਅੰਦਰ, ਪਰ ਗੁਰੂ ਨੇ ਤਰਸ ਕਰਕੇ ਭਾਈ ਗੁਰਪ੍ਰੀਤ ਸਿੰਘ ਨੂੰ ਤੰਦਰੁਸਤੀ ਬਖਸ਼ੀ। ਉਹ ਕੱਲ੍ਹ ਦੇ ਡਿਸਚਾਰਜ ਹੋ ਕੇ ਆ ਗਏ ਹਨ ਪਲਟਨ 'ਚ। ਕੱਲ੍ਹ ਗੁਰੂ ਘਰ ਵੀ ਆਏ ਸੀ। ਕੱਲ੍ਹ ਅਸੀਂ ਦੇਗ ਬਣਾ ਕੇ ਪਲਟਨ ਵੱਲੋਂ ਅਰਦਾਸ ਕੀਤੀ ਸੀ, ਕਿਉਂਕਿ ਜਿਹੜੀਆਂ ਅਸੀਂ ਗੁਰੂ ਚਰਨਾਂ 'ਚ ਅਰਦਾਸਾਂ ਕਰਦੇ ਰਹੇ ਹਾਂ, ਅਸੀਂ ਆਪਣੇ ਵੱਲੋਂ ਵੀ ਗੁਰੂ ਦਾ ਸ਼ੁਕਰਾਨਾ ਕਰਨਾ ਸੀ। ਅੱਜ ਦਾ ਸ਼ੁਕਰਾਨਾ ਭਾਈ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਮਠਿਆਈ ਆਈ ਹੈ ਤੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਵੀ ਬੇਅੰਤ ਗੱਫੇ ਆਏ। ਸਤਿਗੁਰ ਕਿਰਪਾ ਕਰਨ। ਇਸੇ ਤਰ੍ਹਾਂ ਇਸ ਪਰਿਵਾਰ ਨੂੰ ਹਮੇਸ਼ਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ਣ, ਚੜ੍ਹਦੀਆਂ ਕਲਾ ਕਰਨ। 15 ਤਰੀਕ ਵਾਲੇ ਦਿਨ ਸਤਿਗੁਰੂ ਦੀ 17 ਤਰੀਕ ਵਾਲੇ ਦਿਨ ਸੰਗਰਾਂਦ ਦਾ ਦਿਹਾੜਾ ਹੈ, ਐਤਵਾਰ ਦਾ ਦਿਨ ਹੈ। ਉਸ ਦਿਨ
ਦੇਖਾਂਗੇ ਜਿਵੇਂ ਪਲਟਣ ਦਾ ਹੁਕਮ ਹੋਇਆ। ਵੈਸੇ ਸਾਡਾ ਇਹ ਰਹਿੰਦਾ ਹੈ ਤਕਰੀਬਨ ਕਿ ਐਤਵਾਰ ਜੇ ਥੋੜ੍ਹੀ ਬਹੁਤ ਰੈਸਟ ਹੋਵੇ, ਕੁਛ ਡਿਟੇਲਮੈਂਟਾਂ ਵੀ ਹਨ ਯੂਨਿਟ ਦੀਆਂ, ਅਤੇ ਜਵਾਨਾਂ ਦੀ ਰੈਸਟ ਨੂੰ ਵੀ ਨਾ ਇੱਧਰ ਉੱਧਰ ਕੀਤਾ ਜਾਵੇ। ਇਸ ਕਰਕੇ ਹੁੰਦਾ ਹੈ ਕਿ ਸੰਡੇ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਅੰਮ੍ਰਿਤ ਵੇਲੇ ਸਮਾਪਤੀ ਹੁੰਦੀ ਨਾ 6 ਵਜੇ, ਵਲੰਟੀਅਰ ਤੌਰ 'ਤੇ ਜਿਹੜੀ ਸੰਗਤ ਪਹੁੰਚ ਸਕੇ। ਸਵੇਰੇ ਅੰਮ੍ਰਿਤ ਵੇਲੇ ਹੀ ਸੰਗਰਾਂਦ ਦਾ ਭੋਗ ਪਾਇਆ ਜਾਏਗਾ ਅਤੇ ਬਾਕੀ ਐਤਵਾਰ ਨੂੰ ਸ਼ਾਮ ਨੂੰ ਸਟੇਸ਼ਨ ਹੈੱਡਕੁਆਟਰ ਗੁਰਦੁਆਰਾ ਸਾਹਿਬ ਵਿਖੇ ਹਰ ਵਾਰ ਦੀ ਤਰ੍ਹਾਂ ਸੰਗਰਾਂਦ ਮਨਾਈ ਜਾਏਗੀ। ਆਓ ਆਨੰਦ ਸਾਹਿਬ ਦਾ ਜਾਪ ਕਰਕੇ ਗੁਰੂ ਚਰਨਾਂ ਦੇ ਵਿੱਚ ਰਜਮਣ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਸਤਿਗੁਰ ਕਿਰਪਾ ਕਰਨ, ਇਸ ਪਲਟਨ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ਣ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਮਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣਿਆ। ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਮਾ, ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇਂ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇਂ, ਨਾਮ ਜਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਹ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਾਰ ਸਭਾ। ਕਾਰ ਸਭਾਗੇ ਸ਼ਬਦ ਵਾਜੇ, ਕਾਲਾ ਜਿਤ ਕਰ ਤਾਰਿਆ। ਜਦੋਂ ਤਦ ਵਸ ਕੇ ਕਾਲ ਕੰਟਕ ਵਾਰਿਆ। ਤੁਰ ਕਰਮ ਪਾਇਆ ਤੋ ਜਿਨ ਕੋ, ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਆਪਰ ਕੋ। ਬਨਵੰਤ ਨਾਨਕ ਗੁਰ ਚਰਨ ਲਾਗ, ਵਾਜੇ ਅਨਹਦ ਦੂਰ ਸਲੋ। ਪਵਨ ਗੁਰੂ ਪਾਣੀ ਪਿਤਾ, ਆਤਰਤ ਮਹਾਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰਦਾਸ, ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ।